ਅਕਾਲੀ ਦਲ ਤੇ ਬੀਜੇਪੀ ਦੋਵਾਂ ਨੂੰ ਲੈ ਕੇ ਕਾਂਗਰਸ ਨੇ ਵੱਡਾ ਦਾਅਵਾ ਕੀਤਾ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਕਿ ਪੰਜਾਬ 'ਚ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਕਿਹਾ ਕਿ ਇਹ ਸਦਾ ਤੋਂ ਹੀ ਇਕੱਠੇ ਸੀ, ਵੱਖ ਹੋਣ ਦਾ ਸਿਰਫ ਡਰਾਮਾ ਕੀਤਾ ਗਿਆ ਸੀ। ਕਿਸਾਨੀ ਅੰਦੋਲਨ ਵੇਲੇ ਲੋਕਾਂ ਨੂੰ ਦਿਖਾਉਣ ਦੇ ਲਈ ਵੱਖ ਹੋਏ ਸੀ। ਕਿਹਾ ਕਿ ਜਿਨ੍ਹਾਂ ਦੇ ਨਾਲ ਸੁਨੀਲ ਜਾਖੜ ਮੇਣੋ ਮੇਣੀ ਹੁੰਦੇ ਸੀ, ਹੁਣ ਉਹਨਾਂ ਦੇ ਨਾਲ ਭਾਈਵਾਲੀ ਹੋਏਗੀ। ਅਕਾਲੀ ਬੀਜੇਪੀ ਗੱਠਜੋੜ ਨੂੰ ਲੈ ਕੇ ਚਰਚਾਵਾਂ ਤਾਂ ਲਗਾਤਾਰ ਚੱਲਦੀਆਂ ਰਹੀਆਂ ਨੇ, ਲੇਕਿਨ ਹੁਣ ਰਾਜਾ ਵੜਿੰਗ ਕਹਿ ਰਹੇ ਨੇ ਕਿ ਪੰਜਾਬ 'ਚ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਰਾਜਾ ਵੜਿੰਗ ਇਹ ਦਾਅਵਾ ਕਰ ਰਹੇ ਨੇ ਕਿ ਦੋਵਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਇਹ ਸਦਾ ਤੋਂ ਹੀ ਇਕੱਠੇ ਸਨ, ਵੱਖ ਹੋਣ ਦਾ ਸਿਰਫ ਡਰਾਮਾ ਕੀਤਾ ਗਿਆ ਸੀ। ਕਿਸਾਨੀ ਅੰਦੋਲਨ ਵੇਲੇ ਲੋਕਾਂ ਨੂੰ ਦਿਖਾਉਣ ਦੇ ਲਈ ਵੱਖ ਹੋਏ ਸੀ। ਸੁਨੀਲ ਜਾਖੜ ਹੁਣ ਜੋ ਪੰਜਾਬ ਬੀਜੇਪੀ ਦੇ ਪ੍ਰਧਾਨ ਬਣ ਚੁੱਕੇ ਨੇ, ਤਾਂ ਰਾਜਾ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਨਾਲ ਜਾਖੜ ਮੇਣੋ ਮੇਣੀ ਹੁੰਦੇ ਸੀ, ਹੁਣ ਉਹਨਾਂ ਦੇ ਨਾਲ ਭਾਈਵਾਲੀ ਹੋਏਗੀ। ਤਾਂ ਕੀ ਬੀਜੇਪੀ ਤੇ ਅਕਾਲੀ ਦਲ ਦੀ ਮੁੜ ਸਾਂਝ ਪੈ ਰਹੀ ਹੈ? ਇਸ ਨੂੰ ਲੈ ਕੇ ਚਰਚਾਵਾਂ ਤਾਂ ਬੜੀ ਦੇਰ ਦੀਆਂ ਨੇ, ਲੇਕਿਨ ਰਾਜਾ ਵੜਿੰਗ ਕਹਿ ਰਹੇ ਨੇ ਕਿ ਦੋਵਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਦਾ ਤੋਂ ਹੀ ਇਕੱਠੇ ਸੀ, ਸਿਰਫ ਡਰਾਮਾ ਕੀਤਾ ਗਿਆ ਸੀ ਵੱਖ ਹੋਣ ਦਾ। ਇਹੀ ਜਾਖੜ ਸਾਹਿਬ ਮੇਣੋ ਮੇਣੀ ਹੁੰਦੇ ਸੀ। ਅਸਲ ਵਿੱਚ ਤਾਂ ਸਾਰੇ ਜਿਹੜੇ ਰਾਜਨੀਤੀ ਦੇ ਵੱਡੇ ਘਰਾਣੇ ਆ, ਮੈਂ ਤਾਂ ਅਸੀਂ ਪਹਿਲਾਂ ਕਹਿੰਦਾ ਹੁੰਦਾ ਸੀ, ਇਹ ਅੰਦਰੋਂ ਇਕੱਠੇ ਹੈ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਤੋਂ ਅੱਡ ਨਹੀਂ ਹੋਈ। ਉਹੀ ਕੋਠੀ ਸੀ ਹਰਸਿਮਰਤ ਜੀ ਕੋਲੇ, ਉਹੀ ਸਾਰਾ ਚਾਮਦਮ ਸੀ। ਇਸੇ ਕਰਕੇ ਇਹਨਾਂ ਨੇ, ਚਾਹੇ ਉਹ ਰਾਸ਼ਟਰਪਤੀ ਦੀ ਵੋਟ ਸੀ, ਬੰਦੀ ਸਿੱਖਾਂ ਦੀ ਗੱਲ ਦਾ ਤਾਂ ਇਹ ਅਕਾਲੀ ਦਲ ਡਰਾਮਾ ਕਰਦੇ ਸੀ। ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ, ਅਦਰਵਾਈਜ਼ ਇਹ ਇਕੱਠੇ ਸਨ। ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਿਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ ਹੈ। ਉਹ ਪਹਿਲਾਂ ਵੀ ਇਕੱਠੇ ਸਨ। ਔਰ ਇਹਨਾਂ ਦੇ ਇਕੱਠ ਦਾ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਹਿੰਦੂ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ। ਉਹਨਾਂ ਨੂੰ ਪਤਾ ਵੀ ਤੱਕੜੀ ਦੀ ਅਸਲੀਅਤ ਕੀ ਹੈ। ਉਹਨਾਂ ਨੂੰ ਪਤਾ ਹੈ ਸਭ ਕੁਝ। ਉਹ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗਾ। ਇਹ ਇਕੱਠੇ ਹੋਣ ਤਾਂ ਅਸੀਂ ਹੋਰ ਕੀ ਭਾਲਦੇ ਹਾਂ। ਸਾਨੂੰ ਤਾਂ ਚਾਓ ਚਾਹੀਏ ਜੇ ਇਹ ਇਕੱਠੇ ਹੋਣ। ਜਦੋਂ ਇਹ ਪਿਛਲੀ ਵਾਰੀ ਇਕੱਠੇ ਸੀ ਤੇ 8 ਸੀਟਾਂ ਉਦੋਂ ਅਸੀਂ ਲੋਕ ਸਭਾ ਦੀਆਂ ਜਿੱਤੇ ਸਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਹੈ। ਉਹ ਕਹਿ ਰਹੇ ਨੇ ਕਿ ਦੋਹਾਂ ਦਲਾਂ ਦਾ ਗੱਠਜੋੜ ਤੈਅ ਹੈ ਪੰਜਾਬ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਕਿ ਕਦੇ ਵੱਖ ਹੋਏ ਹੀ ਨਹੀਂ ਸੀ, ਸਿਰਫ ਡਰਾਮਾ ਕੀਤਾ ਗਿਆ ਸੀ। ਕਿਸਾਨੀ ਅੰਦੋਲਨ ਦੇ ਵੇਲੇ ਭਾਵੇਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਹੋਵੇ ਜਾਂ ਹੋਰ ਮੁੱਦੇ ਹੋਣ, ਹਮੇਸ਼ਾ ਇਕੱਠੇ ਨਜ਼ਰ ਆਏ ਨੇ। ਸਾਡੇ ਨਾਲ ਇਸ ਵੇਲੇ ਬੀਜੇਪੀ ਤੋਂ ਮਨਜਿੰਦਰ ਸਿਰਸਾ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਚੀਮਾ ਜੁੜ ਚੁੱਕੇ ਨੇ। ਮਨਜਿੰਦਰ ਸਿਰਸਾ ਦਾ ਰੁਖ ਕਰ ਲੈਂਦੇ ਆ। ਸਿਰਸਾ ਜੀ, ਚਰਚਾਵਾਂ ਬਹੁਤ ਦੇਰ ਦੀਆਂ ਨੇ ਕਿ ਕੀ ਗੱਠਜੋੜ ਹੋ ਸਕਦਾ ਹੈ ਜਾਂ ਨਹੀਂ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਜ਼ਿਆਦਾ ਹੋ ਰਹੀਆਂ ਨੇ ਕਿ ਗੱਲ ਚੱਲ ਰਹੀ ਹੈ, ਗੱਲ ਸਿਰੇ ਚੜ ਸਕਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਤੈਅ ਹੈ ਇਹ ਗੱਠਜੋੜ। ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਡਰਾਮਾ ਕੀਤਾ ਗਿਆ ਸੀ ਵੱਖ ਹੋਣ ਦਾ ਕਿਸਾਨੀ ਅੰਦੋਲਨ ਵੇਲੇ। ਕਿਸ ਕਿਸਮ ਦੀ ਗੱਲਬਾਤ ਚੱਲ ਰਹੀ ਹੈ, ਇਸ ਨੂੰ ਸਹੀ ਮੰਨਿਆ ਜਾਵੇ? ਦੇਖੋ, ਰਾਜਾ ਵੜਿੰਗ ਜੀ ਆਪਣੀ ਪਾਰਟੀ ਦੇ ਬਾਰੇ ਚ ਵਿਚਾਰੇ ਕੁਝ ਨਹੀਂ ਦੱਸ ਸਕਦੇ। ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿੱਦਣ ਪਾਰਟੀ ਲਾ ਕੇ ਉਹਨਾਂ ਨੂੰ ਘਰ ਬਿਠਾ ਦੇਣਾ ਹੈ। ਇਸ ਕਰਕੇ ਉਹ ਦੂਜੀ ਪਾਰਟੀਆਂ ਦੇ ਬਾਰੇ ਚ ਦੱਸ ਸਕਦੇ ਨੇ। ਮੈਨੂੰ ਬੜੀ ਹੈਰਾਨਗੀ ਹੋ ਰਹੀ ਆ। ਦੂਜੀ ਗੱਲ, ਜਿੱਥੇ ਤੱਕ ਅਲਾਇੰਸ ਦੀ ਗੱਲ ਆ, ਪਾਰਟੀ ਪ੍ਰਧਾਨ ਨੱਡਾ ਜੀ ਵੱਲੋਂ ਔਰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਬੜਾ ਸਪਸ਼ਟ ਕਿਹਾ ਗਿਆ, ਕਿਸੇ ਸੂਰਤ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਵੀ ਗਠਬੰਧਨ ਬੀਜੇਪੀ ਨੇ ਨਹੀਂ ਕਰਨਾ। ਆਪਣੇ ਕਾਰਜਕਰਤਾ ਨੂੰ ਸਪਸ਼ਟ ਕਿਹਾ ਗਿਆ ਕਿ ਤੁਸੀਂ ਆਪਣੀ ਤਿਆਰੀ ਕਰੋ ਔਰ ਅਕੇਲੇ ਹੀ ਚੁਣਾਵ ਲੜਨਾ ਹੈ, 2024 ਦਾ ਵੀ ਤੇ 2027 ਦਾ ਵੀ। ਲੇਕਿਨ ਹੁਣ ਕੋਈ ਅਟਕਲੀ ਲਗਾਈ ਜਾਵੇ, ਕੋਈ ਕਹੀ ਜਾਵੇ, ਉਹਦਾ ਕੋਈ ਰੋਕ ਤੇ ਹੈ ਨਹੀਂ। ਕੋਈ ਕਵੇ ਮੈਂ ਅਲਾਇੰਸ 'ਚ ਆ ਜਾਣਾ ਜੀ, ਹੁਣ ਅਲਾਇੰਸ ਕਰ ਲੈਣਾ, ਉਹ ਆਪਾਂ ਕਿਸੇ ਨੂੰ ਰੋਕ ਤੇ ਸਕਦੇ ਨਹੀਂ ਹੈਗੇ। ਅਸੀਂ ਆਪਣੀ ਪਾਰਟੀ ਦੇ ਬਾਰੇ ਚ ਦੱਸ ਸਕਦੇ ਹਾਂ। ਔਰ ਜੋ ਸਾਡੀ ਪਾਰਟੀ ਦੇ ਨੇਤਰਤਵ ਨੇ ਕਿਹਾ ਹੈ, ਜੋ ਪਾਰਟੀ ਲੀਡਰਸ਼ਿਪ ਕਹਿ ਰਹੀ ਆ, ਉਹੀ ਦੱਸ ਸਕਦੇ ਅਸੀਂ ਜੀ। ਸੋ ਪਾਰਟੀ ਵੱਲੋਂ ਬੜਾ ਸਪਸ਼ਟ ਆ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਲਾਇੰਸ ਨਹੀਂ ਹੋਣਾ। ਤੁਸੀਂ ਕਹਿ ਰਹੇ ਹੋ ਕੋਈ ਗੱਲਬਾਤ ਨਹੀਂ ਚੱਲ ਰਹੀ? ਨਹੀਂ, ਗੱਲਬਾਤ ਚ ਬਹੁਤ ਦੂਰ ਦੀ ਗੱਲ ਕਰਦੇ ਤੁਸੀਂ, ਤੇ ਬਹੁਤ ਅੱਗੇ ਨਿਕਲ ਗਏ ਜੀ। ਮੈਂ ਕਹਿ ਰਿਹਾ ਕਿ ਗੱਲਬਾਤ ਤੇ ਬਹੁਤ ਦੂਰ ਦੀ ਸਥਿਤੀ ਚ ਹੋਏਗੀ। ਗੱਲਬਾਤ ਕਰਨ ਦੀ ਸਥਿਤੀ ਨਹੀਂ ਹੈਗੀ ਕਿਤੇ ਵੀ। ਗੱਲਬਾਤ ਹੋਣੀ ਤਾਂ ਹੈ ਨਾ ਜੇ ਕਿਸੇ ਸੂਰਤ ਅੰਦਰ ਕੋਈ ਅਲਾਇੰਸ ਦੀ ਗੱਲ ਕਰਨੀ ਹੋਵੇ ਜੀ। ਸ਼ਰਤਾਂ ਤਾਂ ਰੱਖੀਆਂ ਜਾਂਦੀਆਂ ਨੇ ਜੇ ਕੋਈ ਐਸੀ ਸਿਚੁਏਸ਼ਨ ਹੋਵੇ ਕਿ ਆਪਾਂ ਇਹ ਕੰਮ ਕਰਨਾ ਹੈ। ਪਾਰਟੀ ਵੱਲੋਂ ਬੜਾ ਸਪਸ਼ਟ ਕਿਹਾ ਗਿਆ ਹੈ ਕਿ ਅਲਾਇੰਸ ਦੀ ਗੱਲ ਵੀ ਨਹੀਂ ਕਰਨੀ ਕਿਸੇ ਨੇ। ਗੱਲ ਤੇ ਕੰਮ ਅਲਾਇੰਸ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਤੁਹਾਡੇ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਕਿ ਕੋਈ ਗੱਲਬਾਤ ਹੋ ਰਹੀ ਹੈ, ਕੋਈ ਗੱਲਬਾਤ ਦੇ ਨੇੜੇ ਤੇੜੇ ਦੀ ਗੱਲਬਾਤ ਵੀ ਨਹੀਂ ਹੋ ਰਹੀ। ਜੀ ਡਾਕਟਰ ਦਲਜੀਤ ਚੀਮਾ ਜੁੜੇ ਹੋਏ ਨੇ। ਮਨਜਿੰਦਰ ਸਿਰਸਾ, ਡਾਕਟਰ ਚੀਮਾ ਕਹਿ ਰਹੇ ਨੇ ਕਿ ਕੋਈ ਗੱਲਬਾਤ
ਗੱਲਬਾਤ ਹੋਣੀ ਤਾਂ ਦੂਰ ਦੀ ਗੱਲ ਹੈ, ਕੋਈ ਗੱਲਬਾਤ ਹੋਣ ਦੇ ਲਈ ਕਿਹਾ ਵੀ ਨਹੀਂ ਗਿਆ, ਸਗੋਂ ਇਹ ਰਵੱਈਆ ਹੈ ਬੀਜੇਪੀ ਦਾ ਕਿ ਕੋਈ ਗੱਠਜੋੜ ਨਹੀਂ ਕਰਨਾ, ਆਪਣੇ ਦਮ ਦੇ ਉੱਤੇ ਚੋਣਾਂ ਲੜਨੀਆਂ ਨੇ। ਲੇਕਿਨ ਇਹ ਚਰਚਾਵਾਂ ਫਿਰ ਇੰਨੀਆਂ ਕਿਉਂ ਹੋ ਰਹੀਆਂ ਨੇ? ਦੇਖੋ, ਮੈਂ ਤਾਂ ਆਪ ਹੈਰਾਨ ਹੁੰਦਾ ਮੀਡੀਆ ਦੀ ਮਿਸ ਇਨਫੋਰਮੇਸ਼ਨ ਦੇ ਉੱਤੇ ਕਿ ਸਾਰਾ ਦਿਨ ਸਵਾਏ ਮਿਸ ਇਨਫੋਰਮੇਸ਼ਨ ਕੰਪੇਨ ਤੋਂ, ਸਵਾਏ ਸਪੈਕੂਲੇਸ਼ਨਾਂ ਤੋਂ ਇੱਕ ਵੀ ਸੱਚੀ ਖਬਰ ਜਿਹੜੀ ਹੈ ਉਹ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀ। ਅਕਸਰ ਡਾਕਟਰ ਚੀਮਾ ਇਹ ਹੁੰਦਾ ਹੈ ਕਿ ਜੇ ਕੋਈ ਕੈਂਡੀਡੇਟ ਵੀ ਦੂਸਰੀ ਪਾਰਟੀ 'ਚ ਜਾਂਦਾ ਉਹ ਵੀ ਉਸ ਦਿਨ ਤੱਕ ਇਹੀ ਕਹਿੰਦਾ ਹੈ ਕਿ ਮੈਂ ਇਸੇ ਪਾਰਟੀ ਦਾ ਸੱਚਾ ਸਿਪਾਹੀ ਹਾਂ। ਜਦੋਂ ਅਸੀਂ ਅਧਿਕਾਰਤ ਤੌਰ ਦੇ ਉੱਤੇ ਕਿੰਨੀ ਵਾਰੀ ਟਰਾਈ ਕਰ ਚੁੱਕੇ ਹਾਂ ਇਸ ਗੱਲ ਨੂੰ ਜੀ, ਫਿਰ ਜਿਹੜੀ ਹੈ ਰੋਜ਼ ਅਸੀਂ ਦੇਖਦੇ ਹਾਂ ਟੀਵੀ ਦੇ ਉੱਤੇ ਡਿਬੇਟਾਂ ਦੇ ਵਿੱਚ ਕਿ ਅਲਾਈਅੰਸ ਹੋ ਰਿਹਾ, ਅਲਾਈਅੰਸ ਨਹੀਂ ਹੋ ਰਿਹਾ, ਅਲਾਈਅੰਸ ਹੋ ਰਿਹਾ। ਇਸ ਕਰਕੇ ਇਹ ਤਾਂ ਮੀਡੀਆ ਦੀ ਹੁਣ ਆਪਣੀ ਕ੍ਰੈਡੀਬਿਲਿਟੀ ਮੀਡੀਆ ਨੂੰ ਆਪ ਦੇਖਣੀ ਚਾਹੀਦੀ ਹੈ। ਕੋਈ ਇੱਕ ਵਾਰੀ ਮੀਡੀਆ ਝੂਠਾ ਪਵੇ ਤਾਂ ਉਹਨੂੰ 10 ਵਾਰੀ ਸੋਚਣਾ ਚਾਹੀਦਾ ਕਿ ਮੇਰੀ ਨਿਊਜ਼ ਗਲਤ ਹੋ ਗਈ। ਤੁਸੀਂ ਕਹਿ ਰਹੇ ਕੋਈ ਚਰਚਾ ਨਹੀਂ ਹੈ। ਸਾਨੂੰ ਰੋਜ਼ ਫੋਨ ਆ ਜਾਂਦੇ ਆ, ਟੀਵੀ ਦੇ ਉੱਤੇ ਬ੍ਰੇਕਿੰਗ ਚੱਲਦੀ ਹੁੰਦੀ ਹੈ ਕਿ ਮੀਟਿੰਗ ਹੋ ਰਹੀ ਹੈ ਜੀ ਇੰਨੇ ਵਜੇ, ਦੂਜੀ ਹੋ ਰਹੀ ਹੈ। ਠੀਕ ਹੈ, ਜਿਹੜੇ ਅਸੀਂ ਪਾਰਟੀ ਹੈਡ ਵਿੱਚ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਕੁਝ ਤਾਂ ਮੀਡੀਆ ਨੂੰ ਆਪਣੀ ਕ੍ਰੈਡੀਬਿਲਿਟੀ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜਿਹੜੇ ਰਿਪੋਰਟ ਕਰਦੇ ਆ ਅਖਬਾਰਾਂ 'ਚ ਹੈਡਲਾਈਨ ਲੱਗ ਜਾਂਦੀਆਂ ਕਿ ਫਲਾਣੀ ਮੀਟਿੰਗ ਹੋ ਰਹੀ ਹੈ ਜੀ, ਫਲਾਣੇ ਤਾਂ ਹੋ ਰਹੀ ਹੈ ਜੀ। ਜਦੋਂ ਘੱਟੋ ਘੱਟ ਪੁੱਛਣ ਦੀ ਵੀ ਕੋਸ਼ਿਸ਼ ਨਹੀਂ ਕਰਦਾ ਕੋਈ ਜਿਹੜਾ ਪਾਰਟੀ ਦੇ ਜਿਹੜੇ ਅਧਿਕਾਰਤ ਜਿਹੜੇ ਚੈਨਲ ਨੇ ਕਿ ਕੀ ਇਹ ਨਿਊਜ਼ ਸੱਚ ਹੈ ਕਿ ਨਹੀਂ ਹੈ, ਸਾਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਝੂਠ ਫੈਲਾਉਣ ਦੇ ਵਿੱਚ ਚੈਨਲਾਂ ਨੂੰ ਕੀ ਮਿਲ ਰਿਹਾ। ਲੇਕਿਨ ਰਾਜਾ ਵੜਿੰਗ ਇਹੀ ਦਾਅਵਾ ਕਰ ਰਹੇ ਨੇ ਕਿ ਇਹ ਤੈਅ ਹੈ ਇਹ ਗੱਠਜੋੜ, ਤਾਂ ਹੀ ਤੁਹਾਨੂੰ ਅਧਿਕਾਰਤ ਤੌਰ ਤੇ ਪੁੱਛਿਆ ਜਾ ਰਿਹਾ ਹੈ ਕਿ ਚਰਚਾਵਾਂ ਹੋ ਰਹੀਆਂ ਨੇ, ਕਿ ਕੋਈ ਮੀਟਿੰਗਾਂ ਹੋ ਰਹੀਆਂ ਨੇ, ਕੋਈ ਗੱਲ ਹੋ ਰਹੀ ਹੈ ਜਾਂ ਇਸ ਪਾਸੇ ਵੱਲ ਨੂੰ ਕੋਈ ਵਧਿਆ ਜਾ ਰਿਹਾ। ਦੇਖੋ, ਗੱਲ ਇਹ ਹੈ ਨਾ ਵੀ ਮੈਂ ਤਾਂ ਕਹਿਣਾ ਵੀ ਜਦੋਂ ਅਧਿਕਾਰਤ ਤੌਰ ਦੇ ਉੱਤੇ ਪਾਰਟੀਆਂ ਡਿਨਾਈ ਕਰ ਰਹੀਆਂ, ਠੀਕ ਹੈ, ਹੁਣ ਸਰਸਾ ਸਾਹਿਬ ਨੇ ਵੀ ਡਿਨਾਈ ਕੀਤਾ, ਅਸੀਂ 50 ਵਾਰੀ ਡਿਨਾਈ ਕਰ ਚੁੱਕੇ ਹਾਂ। ਮੇਰੇ ਨਾਲ ਜਿੰਨੇ ਵੀ ਰਿਪੋਰਟਾਂ ਦੀ ਰੋਜ਼ ਗੱਲ ਹੁੰਦੀ ਮੈਂ ਹਮੇਸ਼ਾ ਡਿਨਾਈ ਕਰਦਾ ਕਿ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਤੁਹਾਡੇ ਤੋਂ ਸੁਣਦੇ ਹਾਂ ਕਿ ਕਿਸੇ ਦੀ ਗੱਲ ਚੱਲ ਰਹੀ ਹੈ। ਪਰ ਇਹ ਹੈ ਕਿ ਮੀਡੀਆ ਤੇ ਵੀ ਥੋੜੀ ਬਹੁਤੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੁੰਦੀ ਕਿ ਇੰਨਾ ਝੂਠ ਦਾ ਪ੍ਰਚਾਰ ਜਿੰਨਾ ਸਾਰਾ ਦਿਨ ਅਸੀਂ ਤਾਂ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ। ਲੇਕਿਨ ਵੱਖੋ ਵੱਖਰੀਆਂ ਪਾਰਟੀਆਂ ਦੇ ਆਗੂ ਹੀ ਕਹਿੰਦੇ ਨੇ ਕਿ ਸਾਡਾ ਅਲਾਈਅੰਸ ਫਾਇਦੇਮੰਦ ਸੀ, ਦੁਬਾਰਾ ਹੋ ਜਾਣਾ ਚਾਹੀਦਾ ਹੈ। ਬਿਆਨ ਮੀਡੀਆ ਨੇ ਤਾਂ ਨਹੀਂ ਦਿੱਤੇ। ਕਿੰਨੇ ਦਿੱਤਾ ਬਿਆਨ ਹੈ? ਸੁਰਜੀਤ ਜਿਆਣੀ ਦਾ ਬਿਆਨ ਆਇਆ ਸੀ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਤੋਂ ਗੱਲ ਕਰ ਲਓ। ਕਿਸੇ ਦਾ ਕੋਈ ਪਰਸਨਲ ਵਿਊ ਹੋ ਸਕਦਾ ਤੇ ਉਹ ਉਹਨਾਂ ਦੇ ਨਾਲ ਗੱਲ ਕਰ ਲਓ, ਉਹਦੇ ਨਾਲ ਕੁਝ ਅਸੀਂ ਤਾਂ ਉਹਨਾਂ ਦੇ ਬਿਆਨ ਵਾਸਤੇ ਜਵਾਬ ਦੇ ਨਹੀਂ ਹੈ। ਇਸ ਕਰਕੇ ਜਿਹੜੀ ਅਧਿਕਾਰਤ ਪਾਰਟੀਆਂ ਦੀ ਜਿਹੜੇ ਚੈਨਲ ਹੁੰਦੇ ਆ ਮੀਡੀਆ ਨੂੰ ਉਹੀ ਫਾਲੋ ਕਰਨੇ ਚਾਹੀਦੇ ਆ। ਅਨਸੈਸਰੀ ਸਾਰਾ ਦਿਨ ਸਪੈਕੂਲੇਸ਼ਨ ਦੇ ਉੱਤੇ ਨਿਊਜ਼ ਜਿਹੜੀਆਂ ਚਲਾਉਣੀਆਂ, ਝੂਠਾ ਪ੍ਰਚਾਰ ਕਰਨਾ, ਇਹ ਵਾਜਬ ਨਹੀਂ ਹੁੰਦਾ। ਅਸੀਂ ਤਾਂ ਆਪ ਤੰਗ ਆ ਚੁੱਕੇ ਹਾਂ ਇਸ ਗੱਲ ਤੋਂ। ਜੀ ਚਲੋ ਖੈਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੀ ਕੋਈ ਚਰਚਾ ਨਹੀਂ ਹੈ, ਮਨਜਿੰਦਰ ਸਿਰਸਾ ਵੀ ਕਹਿ ਰਹੇ ਨੇ ਕੋਈ ਚਰਚਾ ਨਹੀਂ ਹੈ। ਫਿਲਹਾਲ ਸ਼ੁਕਰੀਆ ਡਾਕਟਰ ਚੀਮਾ ਜੁੜਨ ਦੇ ਲਈ। ਮਨਜਿੰਦਰ ਸਿਰਸਾ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਚਰਚਾਵਾਂ ਬਹੁਤ ਸਾਰੀਆਂ ਨੇ। ਰਾਜਾ ਵੜਿੰਗ ਕਹਿ ਰਹੇ ਨੇ ਕਿ ਦਿਖਾਵੇ ਦੇ ਲਈ ਦੋਵਾਂ ਪਾਰਟੀਆਂ ਨੇ ਡਰਾਮਾ ਕੀਤਾ ਸੀ ਤੇ ਦੋਹਾਂ ਦਲਾਂ ਦਾ ਗੱਠਜੋੜ ਫਿਰ ਤੋਂ ਤੈਅ ਹੈ। ਲੇਕਿਨ ਦੋਵੇਂ ਪਾਰਟੀਆਂ ਦੇ ਆਗੂ ਡਿਨਾਈ ਕਰ ਰਹੇ ਨੇ, ਕਹਿ ਰਹੇ ਨੇ ਕਿ ਕੋਈ ਇਸ ਨੂੰ ਲੈ ਕੇ ਚਰਚਾਵਾਂ ਨਹੀਂ, ਕੋਈ ਗੱਠਜੋੜ ਨਹੀਂ ਹੋ ਰਿਹਾ। ਮਨਜਿੰਦਰ ਸਿਰਸਾ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਪਾਰਟੀ ਤੋਂ ਇਹ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕੋਈ ਵੀ ਗੱਠਜੋੜ ਦੀ ਗੱਲ ਵੀ ਨਹੀਂ ਕਰਨੀ ਕਿਸੇ ਵੀ ਧਿਰ ਦੇ ਨਾਲ, ਇਕੱਲੇ ਚੋਣਾਂ ਲੜਾਂਗੇ। ਬੀਜੇਪੀ ਤੇ ਅਕਾਲੀ ਦਲ ਤੇ ਕਾਂਗਰਸ ਨੇ ਦਾਅਵਾ ਕੀਤਾ ਹੈ। ਇੱਕ ਵਾਰ ਫਿਰ ਤੋਂ ਸੁਣਦੇ ਹਾਂ ਰਾਜਾ ਵੜਿੰਗ ਕੀ ਕੁਝ ਕਹਿ ਰਹੇ ਨੇ। ਇਹੀ ਜਾਖੜ ਸਾਹਿਬ ਮਿਹਣੋ ਮਿਹਣੀ ਹੁੰਦੇ ਸੀ। ਅਸਲ ਵਿੱਚ ਤਾਂ ਸਾਰੇ ਜਿਹੜੇ ਰਾਜਨੀਤੀ ਦੇ ਵੱਡੇ ਘਰਾਣੇ ਆ, ਮੈਂ ਤਾਂ ਅਸੀਂ ਪਹਿਲਾਂ ਕਹਿੰਦਾ ਹੁੰਦਾ ਸੀ ਇਹ ਅੰਦਰੋਂ ਇਕੱਠੇ ਐ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਤੋਂ ਅੱਡ ਨਹੀਂ ਹੋਈ। ਉਹੀ ਕੋਠੀ ਸੀ ਹਰਸਿਮਰਤ ਜੀ ਕੋਲੇ, ਉਹੀ ਸਾਰਾ ਚਾਮਦਾਮ ਸੀ। ਇਸੇ ਕਰਕੇ ਇਹਨਾਂ ਨੇ, ਚਾਹੇ ਉਹ ਰਾਸ਼ਟਰਪਤੀ ਦੀ ਵੋਟ ਸੀ, ਬੰਦੀ ਸਿੱਖਾਂ ਦੀ ਗੱਲ ਦਾ ਤਾਂ ਇਹ ਅਕਾਲੀ ਦਲ ਡਰਾਮਾ ਕਰਦੇ ਸੀ, ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ। ਅਦਰਵਾਈਜ਼ ਇਹ ਇਕੱਠੇ ਸਨ। ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਿਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ ਹੈ। ਉਹ ਪਹਿਲਾਂ ਵੀ ਇਕੱਠੇ ਸਨ। ਔਰ ਇਹਨਾਂ ਦੇ ਇਕੱਠ ਦਾ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਹਿੰਦੂ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ।
ਉਹਨਾਂ ਨੂੰ ਪਤਾ ਵੀ ਤੱਕੜੀ ਦੀ ਅਸਲੀਅਤ ਕੀ ਹੈ, ਉਹਨਾਂ ਨੂੰ ਪਤਾ ਹੈ ਸਭ ਕੁਝ। ਉਹ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗਾ। ਇਹ ਇਕੱਠੇ ਹੋਣ ਤਾਂ ਅਸੀਂ ਹੋਰ ਕੀ ਭਾਲਦੇ ਹਾਂ, ਸਾਨੂੰ ਤਾਂ ਚਾਓ ਚਾਹੀਏ ਜੇ ਇਹ ਇਕੱਠੇ ਹੋਣ। ਜਦੋਂ ਇਹ ਪਿਛਲੀ ਵਾਰੀ ਇਕੱਠੇ ਸੀ ਤੇ 8 ਸੀਟਾਂ ਉਦੋਂ ਅਸੀਂ ਲੋਕ ਸਭਾ ਦੀਆਂ ਜਿੱਤੇ ਸਾਂ।